ਮਨੋਹਰ ਸ਼ੁਕਲਾ ਦਾ ਨਾਵਲ ਕੀ ਦਾ ਇਤਬਾਰ। ਹੁਣ ਸਾਨੂੰ ਇਸ ਮਕਾਨ ਵਿੱਚ ਨਹੀਂ ਰਹਿਣਾ ਚਾਹੀਦਾ। ਪਰਮਜੀਤ ਨੇ ਅਖਬਾਰ ਦੇ ਕਲਾਸੀਫਾਈਡ ਇਸ਼ਤਿਹਾਰਾਂ ਤੇ ਨਿਗਾਹ ਦੌੜਾਉਂਦਿਆਂ ਕਿਹਾ। ਉਹ ਕਿਉਂ ਭਲਾ? ਅਤੇ ਤੁਸੀਂ ਅਖਬਾਰ ਵਿੱਚ ਇਹ ਲਾਲ ਪੈਨ ਨਾਲ ਨਿਸ਼ਾਨੀਆਂ ਲਗਾ ਕੇ ਕੀ ਕਰ ਰਹੇ ਹੋ? ਕੋਮਲ ਨੇ ਪੁੱਛਿਆ। ਕਿਰਾਏ ਲਈ ਕੋਈ ਦੂਜਾ ਮਕਾਨ ਤਲਾਸ਼ ਕਰ ਰਿਹਾ ਹਾਂ। ਮਿਲਦੇ ਹੀ ਇੱਥੋਂ ਸ਼ਿਫਟ ਹੋ ਜਾਵਾਂਗੇ। ਇੱਥੇ ਸਾਡੇ ਸੰਬੰਧਾਂ ਤੇ ਕਾਫੀ ਉਂਗਲਾਂ ਉੱਠਣ ਲੱਗੀਆਂ ਹਨ। ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨ ਲੱਗੇ ਹਨ, ਪਰ ਉਹਨਾਂ ਨੂੰ ਕੀ ਪਤਾ ਹੈ ਸਾਡੀ ਅੰਦਰਲੀ ਸੱਚਾਈ ਬਾਰੇ। ਨਹੀਂ, ਅਜਿਹਾ ਨਾ ਸੋਚ। ਕਹਿੰਦੇ ਹਨ ਨਾ ਕਿ ਦੀਵਾਰਾਂ ਦੇ ਵੀ ਕੰਨ ਹੁੰਦੇ ਹਨ। ਹੁਣ ਦੇਖ ਕੇ ਸਾਡੇ ਘਰ ਦੇ ਅੰਦਰ ਹੋਣ ਵਾਲੀਆਂ ਗੱਲਾਂ ਬਾਰੇ ਵੀ ਇਹਨਾਂ ਨੂੰ ਕਿਵੇਂ ਪਤਾ ਲੱਗ ਜਾਂਦਾ ਹੈ ਅਤੇ ਕਿਸ ਤਰ੍ਹਾਂ ਸਾਰੀਆਂ ਗੱਲਾਂ ਰਾਗਨੀ ਤੱਕ ਪਹੁੰਚ ਜਾਂਦੀਆਂ ਹਨ। ਮੈਨੂੰ ਤਾਂ ਡਰ ਹੈ ਕਿਤੇ ਕੋਈ ਬਖੇੜਾ ਹੀ ਨਾ ਖੜਾ ਹੋ ਜਾਏ ਜੋ ਸਾਡੇ ਤੋਂ ਸੰਭਲ ਨਾ ਸਕੇ। ਹਾਂ, ਇਹ ਗੱਲ ਤਾਂ ਹੈ। ਮੈਂ ਵੀ ਕਈ ਵਾਰ ਗੁਆਂਢੀਆਂ ਨੂੰ ਆਪਣੇ ਬਾਰੇ ਵਿੱਚ ਗੱਲਾਂ ਕਰਦੇ ਦੇਖ ਸੁਣ ਚੁੱਕੇ ਹਾਂ। ਤੁਸੀਂ ਠੀਕ ਕਹਿ ਰਹੇ ਹੋ। ਸਾਨੂੰ ਇਹ ਮਕਾਨ ਛੱਡ ਕੇ ਕਿਸੇ ਦੂਜੀ ਜਗ੍ਹਾ ਚਲੇ ਜਾਣਾ ਚਾਹੀਦਾ ਹੈ, ਕੋਮਲ ਨੇ ਪਰਮਜੀਤ ਦੀ ਹਾਂ ਵਿੱਚ ਹਾਂ ਮਿਲਾਉਂਦਿਆਂ ਕਿਹਾ। ਰਾਗਨੀ ਦੇ ਕੋਰੇ ਕਾਗਜ਼ ਤੇ ਦਸਤਖਤ ਕਰਕੇ ਚਲੇ ਜਾਣ ਤੋਂ ਬਾਅਦ ਪਰਮਜੀਤ ਅਤੇ ਕੋਮਲ ਨੇ ਉਸਦੀ ਕੋਈ ਪਰਵਾਹ ਨਹੀਂ ਕੀਤੀ ਸੀ। ਉਸਦੇ ਬਾਰੇ ਵਿੱਚ ਪਤਾ ਲਗਾਉਣ ਦੀ ਕੋਸ਼ਿਸ਼ ਕਰਨਾ ਤਾਂ ਦੂਰ, ਰਾਏਗੜ੍ਹ ਵਿੱਚ ਵੀ ਕਿਸੇ ਤਰ੍ਹਾਂ ਦਾ ਕੋਈ ਸੰਪਰਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸੀ। ਕੁਝ ਦੇਰ ਤੱਕ ਉਹਨਾਂ ਨੂੰ ਇਹ ਭੈ ਸਤਾਉਂਦਾ ਰਿਹਾ ਕਿ ਕਿਤੇ ਰਾਗਨੀ ਨੇ ਰਾਏਗੜ੍ਹ ਪਰਤ ਕੇ ਆਪਣੇ ਮਾਪਿਆਂ ਨੂੰ ਇਸ ਸੰਬੰਧੀ ਦੱਸ ਦਿੱਤਾ ਅਤੇ ਫਿਰ ਮਾਪੇ ਰੋਂਦੇ ਕੁਰਲਾਉਂਦੇ ਹੋਏ ਇੱਥੇ ਪਹੁੰਚ ਗਏ ਤਾਂ ਜ਼ਰੂਰ ਹੀ ਕੋਈ ਬਖੇੜਾ ਹੋ ਸਕਦਾ ਸੀ। ਪਰ ਵਕਤ ਬੀਤਣ ਦੇ ਨਾਲ ਨਾਲ ਇਹ ਫਿਕਰ ਵੀ ਮੱਠਾ ਪੈਂਦਾ ਜਾ ਰਿਹਾ ਸੀ। ਉਹ ਲੋਕ ਪਹਿਲਾਂ ਦੀ ਤਰ੍ਹਾਂ ਆਪਣੀ ਰੰਗੀਨ ਦੁਨੀਆ ਵਿੱਚ ਗੁਆਚੇ ਜਾ ਰਹੇ ਸਨ। ਦਿਨ ਰਾਤ ਸਿਵਾਏ ਮੌਜ ਮਸਤੀ ਤੋਂ ਇਹਨਾਂ ਨੂੰ ਕੁਝ ਨਹੀਂ ਸੁੱਝ ਰਿਹਾ ਸੀ। ਪਰਮਜੀਤ ਨੂੰ ਅਦਾਲਤ ਵਿੱਚ ਰਾਗਨੀ ਤੋਂ ਤਲਾਕ ਲੈਣ ਦੀ ਅਰਜ਼ੀ ਦੇਣ ਦੀ ਫੁਰਸਤ ਵੀ ਨਹੀਂ ਸੀ ਮਿਲੀ। ਰਾਗਨੀ ਨਾਲ ਤਲਾਕ ਹੋ ਜਾਣ ਤੱਕ ਉਹ ਕੋਮਲ ਨਾਲ ਕਾਨੂੰਨੀ ਤੌਰ ਤੇ ਵਿਆਹ ਵੀ ਨਹੀਂ ਕਰ ਸਕਦਾ ਸੀ। ਜੋ ਵੀ ਸੀ, ਪਰਮਜੀਤ ਅਤੇ ਕੋਮਲ ਇਕੱਠੇ ਪਤੀ ਪਤਨੀ ਵਾਂਗੂ ਹੀ ਰਹਿੰਦੇ ਆ ਰਹੇ ਸਨ। ਪਰ ਹੁਣ ਉਹਨਾਂ ਦਾ ਮੁਹੱਲੇ ਵਿੱਚ ਰਹਿਣਾ ਮੁਸ਼ਕਿਲ ਹੁੰਦਾ ਜਾ ਰਿਹਾ ਸੀ। ਲਿਹਾਜ਼ਾ ਪਰਮਜੀਤ ਪੂਰੀ ਸ਼ਿੱਦਤ ਨਾਲ ਕਿਸੇ ਹੋਰ ਮਕਾਨ ਦੀ ਭਾਲ ਵਿੱਚ ਸੀ। ਆਖਰ ਨਵੀਂ ਕਲੋਨੀ ਵਿੱਚ ਉਹਨਾਂ ਨੂੰ ਨਵਾਂ ਮਕਾਨ ਕਿਰਾਏ ਤੇ ਮਿਲ ਗਿਆ। ਬੇਸ਼ੱਕ ਇਸ ਦਾ ਕਿਰਾਇਆ ਪਹਿਲਾਂ ਵਾਲੇ ਮਕਾਨ ਨਾਲੋਂ ਕਾਫੀ ਜ਼ਿਆਦਾ ਸੀ ਅਤੇ ਮਕਾਨ ਮਾਲਕ ਵੀ ਨਾਲ ਹੀ ਰਹਿੰਦਾ ਸੀ, ਪਰ ਫਿਰ ਵੀ ਉਹਨਾਂ ਨੇ ਬਗੈਰ ਦੇਰ ਕੀਤਿਆਂ ਇਸ ਮਕਾਨ 'ਚ ਸ਼ਿਫਟ ਕਰ ਲਿਆ। ਇਸ ਮਕਾਨ ਦੇ ਮਾਲਕ ਦਾ ਨਾਂ ਸੀ ਸੇਠ ਰਾਮਦਿਆਲ। ਕੋਮਲ ਬਹੁਤ ਖੁਸ਼ ਸੀ। ਉਸਨੂੰ ਸੰਤੋਸ਼ ਸੀ ਕਿ ਪਰਮਜੀਤ ਉਸਨੂੰ ਆਪਣੀ ਜਾਨ ਤੋਂ ਵੱਧ ਕੇ ਪਿਆਰ ਕਰਦਾ ਸੀ ਅਤੇ ਉਹਨਾਂ ਦੇ ਪਿਆਰ ਦੀ ਨਿਸ਼ਾਨੀ ਉਸਦੇ ਢਿੱਡ ਵਿੱਚ ਪਲ ਰਹੀ ਸੀ। ਵਿਆਹ ਤਾਂ ਉਹਨਾਂ ਨੇ ਛੇਤੀ ਕਰ ਹੀ ਲੈਣਾ ਸੀ, ਪਰ ਹੋਣੀ ਅਣਹੋਣੀ ਦਾ ਸੰਚਾਲਕ ਕੁਝ ਹੋਰ ਹੀ ਜਾਲ ਬੁਣ ਰਿਹਾ ਸੀ। ਅਗਲਾ ਅੰਕ। ਪਰਮਜੀਤ ਆਪਣੇ ਦਫ਼ਤਰ ਜਾਣ ਨੂੰ ਤਿਆਰ ਹੋ ਰਿਹਾ ਸੀ ਅਤੇ ਕੋਮਲ ਰਸੋਈ ਵਿੱਚ ਉਸ ਲਈ ਨਾਸ਼ਤਾ ਤਿਆਰ ਕਰ ਰਹੀ ਸੀ। ਤਿਆਰ ਹੋ ਕੇ ਅਤੇ ਨਾਸ਼ਤਾ ਕਰਕੇ ਆਪਣਾ ਲੰਚ ਬਾਕਸ ਸੰਭਾਲਦਿਆਂ ਉਹ ਦਫ਼ਤਰ ਜਾਣ ਲਈ ਨਿਕਲਿਆ ਤਾਂ ਕੋਮਲ ਨੇ ਉਸਦਾ ਹੱਥ ਫੜ ਕੇ ਬੜੇ ਪਿਆਰ ਨਾਲ ਆਖਿਆ, ਅੱਜ ਸ਼ਾਮ ਨੂੰ ਥੋੜਾ ਛੇਤੀ ਪਰਤ ਆਉਣਾ ਪਲੀਜ਼। ਉਹ ਕਿਉਂ ਡਾਰਲਿੰਗ? ਪਰਮਜੀਤ ਨੇ ਉਸਦੇ ਗਲ ਤੇ ਚੁੰਡੀ ਵੱਢਦਿਆਂ ਪੁੱਛਿਆ। ਉਹ ਇਸ ਲਈ ਜਨਾਬ ਕਿ ਤੁਹਾਨੂੰ ਤਾਂ ਯਾਦ ਕੁਛ ਰਹਿੰਦਾ ਨਹੀਂ, ਹੁਣ ਮੈਨੂੰ ਹੀ ਸਾਰਾ ਕੁਝ ਯਾਦ ਕਰਵਾਉਣਾ ਪੈਂਦਾ ਹੈ। ਕੀ ਯਾਦ ਨਹੀਂ ਰਹਿੰਦਾ? ਅਤੇ ਪਰਮਜੀਤ ਦੀ ਗੱਲ ਪੂਰੀ ਵੀ ਨਹੀਂ ਹੋ ਸਕੀ ਸੀ ਕਿ ਕੋਮਲ ਨੇ ਉਸਦੀ ਨੱਕ ਆਪਣੀ ਤਰਜਨੀ ਅਤੇ ਮੱਧਮਾ ਵਿਚਕਾਰ ਲੈ ਕੇ ਅੱਖਾਂ ਮਟਕਾਉਂਦਿਆਂ ਕਿਹਾ, ਤਾਂ ਦੱਸੋ ਫਿਰ ਅੱਜ ਕੀ ਹੈ? ਅੱਜ ਹਾਂ ਦੱਸੋ। ਅੱਜ ਕਿਉਂ ਮੈਂ ਸ਼ਾਮ ਨੂੰ ਛੇਤੀ ਆਉਣ ਲਈ ਆਖ ਰਹੀ ਹਾਂ? ਉਹ ਨੋ ਕੋਮਲ, ਹੁਣ ਭਲਾ ਮੈਂ ਕਿਵੇਂ ਜਾਣ ਸਕਦਾ ਹਾਂ ਤੇਰੇ ਮਨ ਦੀ ਗੱਲ? ਉਂਝ ਅੱਜ ਦਫ਼ਤਰ ਵਿੱਚ ਕੰਮ ਬਹੁਤ ਹੈ, ਛੇਤੀ ਨਿਕਲਣਾ ਮੁਸ਼ਕਿਲ ਹੋ ਜਾਏਗਾ।
ਠੀਕ ਹੈ, ਫਿਰ ਨਾ ਆਉਣਾ ਛੇਤੀ। ਮੈਂ ਆਪਣਾ ਜਨਮਦਿਨ ਇਕੱਲਿਆਂ ਹੀ ਮਨਾ ਲਵਾਂਗੀ, ਕੋਮਲ ਨੇ ਰੋਣ ਹੱਕੀ ਸ਼ਕਲ ਬਣਾਉਂਦਿਆਂ ਕਿਹਾ। ਨਾਲ ਹੀ ਇੱਕ ਭੇਦ ਤੋਂ ਵੀ ਪਰਦਾ ਚੁੱਕ ਦਿੱਤਾ। ਇਸ ਤੇ ਪਰਮਜੀਤ ਆਪਣੇ ਸਿਰ ਨੂੰ ਦੋਵਾਂ ਹੱਥਾਂ 'ਚ ਲੈ ਕੇ ਧੜਾਮ ਨਾਲ ਉੱਥੇ ਜ਼ਮੀਨ ਤੇ ਹੀ ਬਹਿ ਗਿਆ। ਫਿਰ ਕੋਮਲ ਦਾ ਹੱਥ ਆਪਣੇ ਹੱਥ ਵਿੱਚ ਲੈ ਕੇ ਕਹਿਣ ਲੱਗਾ, ਆਈ ਐਮ ਐਕਸਟ੍ਰੀਮਲੀ ਸੌਰੀ ਕੋਮਲ। ਪਰਸੋਂ ਤੱਕ ਮੈਨੂੰ ਤੇਰੇ ਜਨਮ ਦਿਨ ਸੰਬੰਧੀ ਚੰਗੀ ਤਰ੍ਹਾਂ ਮਾਲੂਮ ਸੀ, ਅੱਜ ਪਤਾ ਨਹੀਂ ਕਿਵੇਂ ਭੁੱਲ ਗਿਆ। ਮੈਂ ਕੱਲ ਰਾਤ 12 ਵਜੇ ਤੋਂ ਹੀ ਇਸ ਇੰਤਜ਼ਾਰ ਵਿੱਚ ਸੀ ਕਿ ਕਦੋਂ ਤੁਸੀਂ ਮੈਨੂੰ ਹੈਪੀ ਬਰਥਡੇ ਕਹਿੰਦੇ ਹੋ। ਰਾਤ ਨਿਕਲ ਗਈ ਤਾਂ ਸਵੇਰ ਤੋਂ ਹੀ ਦੇਖਦੀ ਰਹੀ ਕਿ ਤੁਹਾਡੇ ਮੂੰਹ ਤੋਂ ਕਦੋਂ ਮੇਰੇ ਜਨਮ ਦਿਨ ਦੀਆਂ ਸ਼ੁਭ ਕਾਮਨਾਵਾਂ ਨਿਕਲਦੀਆਂ ਹਨ, ਮਗਰ ਨਹੀਂ, ਇੱਕ ਦਫਾ ਵੀ ਤੁਹਾਡੇ ਮੂੰਹ ਤੋਂ ਇਹ ਅਲਫਾਜ਼ ਨਹੀਂ ਨਿਕਲੇ। ਯਾਦ ਰਹਿੰਦਾ ਤਦ ਨਾ। ਓ ਮਾਈ ਗੋਡ, ਕਿਵੇਂ ਭੁੱਲ ਗਿਆ ਮੈਂ ਆਪਣੀ ਪਿਆਰੀ ਕੋਮਲ ਦਾ ਬਰਥਡੇ। ਦਰਅਸਲ ਕੋਮਲ, ਮੈਂ ਕਰਦਾ ਵੀ ਕੀ ਅੱਜ ਕੱਲ੍ਹ। ਹਾਂ, ਅੱਜ ਕੱਲ੍ਹ ਤੁਸੀਂ ਬਹੁਤ ਬਿਜ਼ੀ ਰਹਿਣ ਲੱਗੇ ਹੋ। ਉਹ ਯਾਰ ਮੇਰੀ ਗੱਲ ਤਾਂ ਸੁਣ ਲੈ। ਹਾਂ ਦੱਸੋ। ਦਫ਼ਤਰ ਵਿੱਚ ਇੰਨਾ ਕੰਮ ਰਹਿੰਦਾ ਹੈ ਕਿ ਅੱਜ ਕੱਲ੍ਹ ਮੇਰੇ ਤਾਂ ਹੋਸ਼ ਉੱਡੇ ਰਹਿੰਦੇ ਹਨ। ਚੰਗਾ ਠੀਕ ਹੈ। ਹੋਰ ਇਹ ਕਿ ਬੌਸ ਨੇ ਵੱਖਰਾ ਪਰੇਸ਼ਾਨ ਕੀਤਾ ਹੋਇਆ ਹੈ, ਜ਼ਰਾ ਜਿਹੀ ਗੱਲ ਤੇ ਸਸਪੈਂਡ ਕਰਵਾਉਣ ਦੀ ਧਮਕੀ ਤੱਕ ਦੇ ਦਿੰਦਾ ਹੈ। ਅੱਛਾ ਜੀ, ਹੋਰ ਕੀ ਕਹਿੰਦਾ ਹੈ ਤੁਹਾਡਾ ਬੌਸ? ਉਹ ਜੋ ਕਹਿੰਦਾ ਹੈ ਕਹਿੰਦਾ ਰਹੇ, ਪਰ ਕੋਮਲ ਸੱਚਾਈ ਇਹ ਹੈ ਕਿ ਹੁਣ ਮੈਂ ਅੱਗੇ ਉਸਦੀ ਐਸੀ ਤੈਸੀ ਕਰਨ ਵਾਲਾ ਹਾਂ। ਕੀ ਮਤਲਬ? ਮਤਲਬ ਇਹ ਕਿ ਅੱਜ ਮੈਂ ਆਫਿਸ ਨਹੀਂ ਜਾਵਾਂਗਾ, ਘਰ ਰਹਿੰਦਿਆਂ ਹੋਇਆਂ ਤੇਰੇ ਨਾਲ ਪੂਰੇ ਪਿਆਰ ਨਾਲ ਤੇਰਾ ਜਨਮ ਦਿਨ ਸੈਲੀਬ੍ਰੇਟ ਕਰਾਂਗਾ। ਬੌਸ ਨੂੰ ਜੋ ਕਰਨਾ ਹੈ ਕਰਦਾ ਰਹੇ। ਨਹੀਂ ਪਰਮਜੀਤ ਜੀ, ਇੰਨਾ ਸਭ ਕਰਨ ਨੂੰ ਮੈਂ ਨਹੀਂ ਆਖਿਆ। ਹਜੇ ਦਫ਼ਤਰ ਜਾਓ ਅਤੇ ਪੂਰੇ ਧਿਆਨ ਨਾਲ ਆਪਣਾ ਕੰਮ ਨਜਿੱਠੋ। ਸ਼ਾਮੀ ਥੋੜਾ ਜਲਦੀ ਨਿਕਲ ਸਕੋ ਤਾਂ ਠੀਕ, ਵਰਨਾ ਕੋਈ ਜ਼ਰੂਰੀ ਨਹੀਂ। ਤਾਂ ਜੋ ਤੁਸੀਂ ਪਿੱਛੇ ਘਰ ਵਿੱਚ ਬੈਠ ਕੇ ਮੈਨੂੰ ਕੋਸਦੇ ਰਹੋ, ਗਾਲਾਂ ਕੱਢਦੇ ਰਹੋ। ਨਹੀਂ, ਘਰ ਵਿੱਚ ਬੈਠ ਕੇ ਮੈਂ ਤੁਹਾਡੇ ਲਈ ਤੁਹਾਡੀ ਪਸੰਦ ਦਾ ਖਾਣਾ ਤਿਆਰ ਕਰਾਂਗੀ। ਬਸ ਆਉਂਦਿਆਂ ਸਮੇਂ ਕੇਕ ਜ਼ਰੂਰ ਖਰੀਦ ਲੈਣਾ, ਘਰ ਵਿੱਚ ਹੀ ਮਨਾਵਾਂਗੇ ਬਰਥਡੇ। ਨਹੀਂ ਕੋਮਲ, ਅੱਜ ਤੂੰ ਕੁਝ ਨਹੀਂ ਬਣਾਏਗੀ। ਮੈਂ ਅੱਧੇ ਦਿਨ ਦੀ ਮੋਹਲਤ ਲੈ ਕੇ ਘਰੇ ਆ ਜਾਵਾਂਗਾ। ਤੂੰ ਇੱਕਦਮ ਤਿਆਰ ਰਹੀ। ਪਹਿਲਾਂ ਤਾਂ ਰੈਸਟੋਰੈਂਟ 'ਚ ਜਾ ਕੇ ਲੰਚ ਕਰਾਂਗੇ, ਫਿਰ ਇਸ ਮਗਰੋਂ ਫਿਲਮ ਦੇਖਣ ਚੱਲਾਂਗੇ ਅਤੇ ਸ਼ਾਮ ਨੂੰ ਹੋਟਲ ਵਿੱਚ ਤੇਰਾ ਬਰਥਡੇ ਮਨਾਵਾਂਗੇ ਅਤੇ ਉੱਥੇ ਹੀ ਖਾ ਪੀ ਕੇ ਘਰੇ ਪਰਤਾਂਗੇ। ਠੀਕ ਹੈ ਜਨਾਬ, ਜਿਵੇਂ ਤੁਹਾਡਾ ਹੁਕਮ। ਕਹਿੰਦਿਆਂ ਕੋਮਲ ਨੇ ਪਰਮਜੀਤ ਦਾ ਹੱਥ ਆਪਣੇ ਹੱਥਾਂ ਵਿੱਚ ਲੈ ਕੇ ਹਲਕੇ ਜਿਹੇ ਦਬਾਇਆ ਅਤੇ ਪਰਮਜੀਤ ਵੀ ਆਪਣੇ ਦੂਜੇ ਹੱਥ ਨਾਲ ਉਹਦੇ ਹੱਥ ਨੂੰ ਟਕੋਰਦਾ ਹੋਇਆ ਓਕੇ ਦੈਨ ਗੁੱਡ ਬਾਏ ਆਖ ਕੇ ਦਫ਼ਤਰ ਲਈ ਨਿਕਲ ਗਿਆ। ਕੋਮਲ ਨੇ ਵੀ ਹੱਥ ਹਵਾ ਵਿੱਚ ਲਹਿਰਾ ਕੇ ਪਰਮਜੀਤ ਨੂੰ ਗੁੱਡ ਬਾਏ ਕੀਤਾ। ਉਹ ਘਰੋਂ ਚੱਲ ਕੇ ਪੈਦਲ ਹੀ ਮੁੱਖ ਸੜਕ ਤੇ ਪਹੁੰਚਦਾ ਸੀ। ਉੱਥੇ ਨਜ਼ਦੀਕ ਹੀ ਸਥਿਤ ਬੱਸ ਸਟੈਂਡ ਤੋਂ ਲੋਕਲ ਬੱਸ ਫੜ ਕੇ ਉਹ ਦਫ਼ਤਰ ਜਾਂਦਾ ਹੁੰਦਾ ਸੀ। ਘਰ ਤੋਂ ਨਿਕਲ ਕੇ ਪੈਦਲ ਚੱਲਦੇ ਸਮੇਂ ਪਰਮਜੀਤ ਜਦੋਂ ਤੱਕ ਅੱਖਾਂ ਤੋਂ ਓਝਲ ਨਹੀਂ ਹੋ ਗਿਆ, ਕੋਮਲ ਆਪਣਾ ਹੱਥ ਹਵਾ 'ਚ ਲਹਿਰਾ ਕੇ ਲਗਾਤਾਰ ਉਸਨੂੰ ਬਾਏ ਬਾਏ ਕਰਦੀ ਰਹੀ। ਪਰਮਜੀਤ ਵੀ ਇਸੇ ਤਰ੍ਹਾਂ ਪਿੱਛੇ ਮੁੜ ਕੇ ਉਸਨੂੰ ਜਵਾਬ ਦਿੰਦਾ ਰਿਹਾ। ਅਗਲਾ ਅੰਕ। ਕੋਮਲ ਦੇ ਅੰਦਾਜ਼ੇ ਮੁਤਾਬਕ ਪਰਮਜੀਤ ਨੂੰ 1:30 ਅਤੇ 2 ਵਜੇ ਦੇ ਵਿਚਕਾਰ ਘਰ ਆ ਜਾਣਾ ਚਾਹੀਦਾ ਸੀ। 1 ਵਜੇ ਲੰਚ ਬ੍ਰੇਕ ਹੋ ਜਾਂਦਾ ਸੀ। ਲੋਕਲ ਸਟਾਪੇਜ ਵੀ ਦਫ਼ਤਰ ਦੇ ਬਗਲ ਵਿੱਚ ਹੀ ਸੀ। ਸਵੇਰੇ ਵੀ ਦਫ਼ਤਰ ਜਾਣ ਲਈ ਪਰਮਜੀਤ ਅੱਧਾ ਪੌਣ ਘੰਟਾ ਪਹਿਲਾਂ ਹੀ ਘਰੋਂ ਨਿਕਲਿਆ ਕਰਦਾ ਸੀ ਅਤੇ ਐਨ ਵਕਤੇ ਦਫ਼ਤਰ ਪਹੁੰਚ ਜਾਂਦਾ ਹੁੰਦਾ ਸੀ। ਇਸ ਹਿਸਾਬ ਨਾਲ ਅੱਧੇ ਦਿਨ ਦੀ ਛੁੱਟੀ ਲੈ ਕੇ ਇੰਨੇ ਹੀ ਵਕਤ ਤੇ ਉਸਨੂੰ ਵਾਪਸ ਘਰ ਪਹੁੰਚ ਜਾਣਾ ਚਾਹੀਦਾ ਸੀ। ਇਸ ਲਈ ਕੋਮਲ ਇਸ ਵਕਤ ਦੇ ਹਿਸਾਬ ਨਾਲ ਇੱਕਦਮ ਤਿਆਰ ਹੋ ਕੇ ਖੜੀ ਸੀ। ਲੇਕਿਨ 3 ਵਜੇ ਤੱਕ ਵੀ ਪਰਮਜੀਤ ਪਰਤਿਆ ਨਹੀਂ ਸੀ ਘਰ। ਫਿਰ ਤਾਂ ਵੇਖਦੇ 4 ਵੱਜ ਗਏ। ਪਰਮਜੀਤ ਹਜੇ ਵੀ ਨਹੀਂ ਆਇਆ। ਮਕਾਨ ਮਾਲਕ ਦੇ ਘਰ ਵਿੱਚ ਫੋਨ ਸੀ। ਕਦੇ ਕਦਾਈ ਪਰਮਜੀਤ ਇਸ ਟੈਲੀਫੋਨ ਤੋਂ ਹੀ ਦਫ਼ਤਰ ਫੋਨ ਕਰ ਲਿਆ ਕਰਦਾ ਸੀ ਅਤੇ ਉਹ ਲੋਕ ਵੀ ਕੋਮਲ ਨੂੰ ਉਸਦੇ ਪਤੀ ਦਾ ਫੋਨ ਆਉਣ ਦੀ ਗੱਲ ਆਖ ਕੇ ਇੱਥੇ ਸੱਦ ਲਿਆ ਕਰਦੇ ਸਨ।
ਪਰ ਪਰਮਜੀਤ ਅਤੇ ਕੋਮਲ ਕਿਸੇ ਹੋਰ ਨੂੰ ਫੋਨ ਕਰਨ ਲਈ ਉਹਨਾਂ ਦੇ ਇੱਥੇ ਕਦੇ ਨਹੀਂ ਗਏ ਸਨ। ਅੱਜ ਜਦੋਂ ਸ਼ਾਮ ਦੇ 4 ਵੱਜ ਗਏ ਸਨ ਤਾਂ ਕੋਮਲ ਦੇ ਮਨ ਵਿੱਚ ਪਹਿਲੀ ਮਰਤਬਾ ਇਹ ਗੱਲ ਆਈ ਕਿ ਕਿਉਂ ਨਾ ਉਹ ਮਕਾਨ ਮਾਲਕ ਦੇ ਟੈਲੀਫੋਨ ਤੋਂ ਪਰਮਜੀਤ ਦੇ ਦਫ਼ਤਰ ਫੋਨ ਕਰਕੇ ਇਸ ਗੱਲ ਦਾ ਪਤਾ ਲਾਵੇ ਕਿ ਉਹ ਹਜੇ ਦਫ਼ਤਰ ਵਿੱਚ ਹੀ ਸੀ ਜਾਂ ਘਰ ਲਈ ਨਿਕਲ ਚੁੱਕਿਆ ਸੀ। ਇਸ ਦੇ ਲਈ ਉਸਨੇ ਅੱਗੇ ਵੱਧ ਕੇ ਆਪਣੇ ਘਰ ਦਾ ਬੂਹਾ ਖੋਲ੍ਹਿਆ ਹੀ ਸੀ ਕਿ ਕੀ ਦੇਖਦੀ ਹੈ, ਸੇਠ ਰਾਮ ਦਿਆਲ ਦਰਵਾਜ਼ੇ ਤੇ ਖੜੇ ਸਨ। ਪਰ ਉਹਨਾਂ ਦਾ ਚਿਹਰਾ ਲਟਕਿਆ ਹੋਇਆ ਸੀ, ਅੱਖਾਂ ਦੇ ਹੰਝੂ ਜਿਵੇਂ ਵਹਿ ਕੇ ਸੁੱਕ ਚੱਲੇ ਸਨ। ਉਹ ਤਾਂ ਹਮੇਸ਼ਾ ਖੁਸ਼ ਰਹਿੰਦੇ ਸਨ। ਅੱਜ ਉਹਨਾਂ ਨਾਲ ਅਜਿਹਾ ਕੀ ਵਾਪਰਿਆ ਸੀ? ਸੋਚਦੇ ਹੋਏ ਕੋਮਲ ਨੇ ਸਵਾਲ ਭਰੀਆਂ ਅੱਖਾਂ ਨਾਲ ਉਹਨਾਂ ਵੱਲ ਵੇਖਿਆ। ਸੇਠ ਰਾਮ ਦਿਆਲ ਕੁਝ ਦੇਰ ਖਾਮੋਸ਼ ਉੱਥੇ ਹੀ ਖੜੇ ਰਹੇ। ਇਸ ਉਪਰੰਤ ਕੋਮਲ ਦੇ ਸਿਰ ਤੇ ਹੱਥ ਰੱਖ ਕੇ ਇੱਕਦਮ ਰੋਣ ਵਾਲੇ ਲਹਿਜੇ 'ਚ ਦੱਸਣ ਲੱਗੇ, ਬਹੁਤ ਬੁਰਾ ਹੋਇਆ ਕੋਮਲ, ਇੰਨਾ ਬੁਰਾ ਕਿ ਰੱਬ ਕਿਸੇ ਦੁਸ਼ਮਣ ਨਾਲ ਵੀ ਐਸਾ ਨਾ ਕਰੇ। ਸੁਣਦਿਆਂ ਹੀ ਕੋਮਲ ਬੁਰੀ ਤਰ੍ਹਾਂ ਘਬਰਾ ਗਈ। ਅਣਹੋਣੀ ਦੇ ਸ਼ੰਕੇ ਨਾਲ ਉਸਦਾ ਪੂਰਾ ਜਿਸਮ ਥਰ-ਥਰ ਕੰਬਣ ਲੱਗਾ। ਕਿਸੇ ਤਰ੍ਹਾਂ ਹੌਸਲਾ ਜੁਟਾ ਕੇ ਉਸਨੇ ਸੇਠ ਜੀ ਦੇ ਦੋਵੇਂ ਹੱਥ ਪਕੜਦਿਆਂ ਪੁੱਛਿਆ, ਕੀ ਹੋਇਆ ਹੈ? ਛੇਤੀ ਦੱਸੋ, ਮੇਰਾ ਦਿਲ ਬੈਠਿਆ ਜਾ ਰਿਹਾ ਹੈ। ਹੌਸਲਾ ਰੱਖ ਮੇਰੀ ਬੱਚੀ, ਹੌਸਲਾ। ਤੁਸੀਂ ਦੱਸੋ ਤਾਂ ਸਹੀ, ਹੋਇਆ ਕੀ ਹੈ? ਮੈਨੂੰ ਲੱਗ ਰਿਹਾ ਹੈ ਕਿ ਇਹ ਜੋ ਬੁਰਾ ਹੋਇਆ ਹੈ ਉਹ ਮੇਰੇ ਨਾਲ ਹੀ ਹੋਇਆ ਹੈ। ਹਾਂ ਧੀਏ, ਹਾਂ, ਪਰ ਮੈਂ ਸਮਝ ਨਹੀਂ ਪਾ ਰਿਹਾ ਹਾਂ ਕਿ ਇਹ ਦੁੱਖ ਭਰਿਆ ਸਮਾਚਾਰ ਤੈਨੂੰ ਕਿਵੇਂ ਦੇ ਦੇਵਾਂ। ਕੈਸਾ ਦੁੱਖ ਭਰਿਆ ਸਮਾਚਾਰ? ਮੇਰਾ ਤਾਂ ਆਪਣਾ ਕਲੇਜਾ ਫਟਿਆ ਜਾ ਰਿਹਾ ਹੈ। ਇਹ ਕਿਹੋ ਜਿਹਾ ਖੇਡ ਗਈ ਕੁਦਰਤ ਤੇਰੇ ਨਾਲ। ਦੇਖੋ ਅੰਕਲ, ਬੁਝਾਰਤਾਂ ਵਾਲੇ ਅੰਦਾਜ਼ ਵਿੱਚ ਗੱਲ ਨਾ ਕਰੋ। ਛੇਤੀ ਦੱਸੋ ਕੀ ਹੋਇਆ ਹੈ ਤੁਹਾਨੂੰ, ਮੇਰੀ ਸਹੁੰ। ਇਹ ਤੂੰ ਕੀ ਕੀਤਾ ਧੀਏ? ਆਪਣੀ ਸਹੁੰ ਦੇ ਦਿੱਤੀ? ਪਲੀਜ਼ ਅੰਕਲ, ਪਲੀਜ਼, ਮੈਂ ਦੋਵੇਂ ਹੱਥ ਜੋੜਦੀ ਹਾਂ ਤੁਹਾਡੇ ਮੂਹਰੇ। ਠੀਕ ਹੈ ਧੀਏ, ਤੂੰ ਜਿੱਦ ਕਰਦੀ ਹੈ ਤਾਂ ਦੱਸ ਦਿੰਦਾ ਹਾਂ। ਫਿਰ ਮੈਂ ਨਹੀਂ ਦੱਸਾਂਗਾ ਤਾਂ ਕੋਈ ਹੋਰ ਆ ਕੇ ਦੱਸ ਜਾਵੇਗਾ। ਆਖਿਰ ਤੈਨੂੰ ਪਤਾ ਤਾਂ ਲੱਗ ਹੀ ਜਾਣਾ ਹੈ। ਹੋ ਸਕਦਾ ਹੈ ਇਹ ਖਬਰ ਕੱਲ੍ਹ ਦੇ ਅਖਬਾਰਾਂ 'ਚ ਵੀ ਛਪ ਜਾਏ। ਆਖਿਰ ਹੋਇਆ ਕੀ ਹੈ ਅੰਕਲ? ਪਲੀਜ਼ ਦੱਸ ਦਿਓ। ਘਬਰਾਹਟ ਨਾਲ ਮੈਂ ਮਰੀ ਜਾ ਰਹੀ ਹਾਂ। ਕਹਿੰਦੇ ਹੋਏ ਕੋਮਲ ਸੇਠ ਰਾਮ ਦਿਆਲ ਦੇ ਪੈਰ ਫੜਨ ਲੱਗੀ ਤੇ ਜ਼ਮੀਨ ਤੇ ਬੈਠ ਗਈ। ਦੇਖੋ ਕੋਮਲ, ਸੇਠ ਜੀ ਜਿਵੇਂ ਇੱਕ ਸ਼ਬਦ ਚੱਬਦੇ ਹੋਏ ਕਹਿਣ ਲੱਗੇ, ਨਜ਼ਦੀਕ ਦੇ ਚੌਂਕ ਤੇ ਘਰ ਪਰਤ ਰਹੇ ਪਰਮਜੀਤ ਦਾ ਐਕਸੀਡੈਂਟ ਹੋ ਗਿਆ ਕਾਰ ਨਾਲ। ਕੀ? ਪਰਮਜੀਤ ਦਾ ਐਕਸੀਡੈਂਟ ਹੋ ਗਿਆ? ਤੁਹਾਨੂੰ ਕਿਸਨੇ ਦੱਸਿਆ? ਕਿਤੇ ਜਾਣ ਦੀ ਮੈਂ ਵੀ ਉੱਥੋਂ ਲੰਘ ਰਿਹਾ ਸੀ ਕਿ ਮੈਂ ਵੀ ਉੱਥੇ ਆਪਣੀਆਂ ਅੱਖਾਂ ਨਾਲ ਐਕਸੀਡੈਂਟ ਹੁੰਦਿਆਂ ਵੇਖ ਲਿਆ। ਬੁਰੀ ਤਰ੍ਹਾਂ ਜ਼ਖਮੀ ਹੋ ਚੁੱਕੇ ਪਰਮਜੀਤ ਨੂੰ ਮੈਂ ਕਿਸੇ ਤਰ੍ਹਾਂ ਹਸਪਤਾਲ ਲੈ ਗਿਆ। ਕਿਹੜੇ ਹਸਪਤਾਲ ਅੰਕਲ ਜੀ? ਮੈਨੂੰ ਵੀ ਉੱਥੇ ਲੈ ਚੱਲੋ। ਛੱਡੋ ਮੇਰੀ ਬੱਚੀ, ਕੀ ਕਰੋਗੀ ਹਸਪਤਾਲ ਦੇ ਬਾਰੇ 'ਚ ਜਾਣ ਕੇ? ਜਦੋਂ ਮੈਂ ਪਰਮਜੀਤ ਨੂੰ ਉੱਥੇ ਲੈ ਕੇ ਗਿਆ ਸੀ ਤਾਂ ਡਾਕਟਰਾਂ ਨੇ ਫੌਰਨ ਹੀ ਮੁਆਇਨਾ ਕਰਕੇ ਦੱਸ ਦਿੱਤਾ ਸੀ ਕਿ ਉਹ ਤਾਂ ਪਹਿਲਾਂ ਹੀ ਮਰ ਚੁੱਕਿਆ ਸੀ। ਇਹ ਇੱਕ ਭਿਆਨਕ ਤਰਾਸਦੀ ਵਾਲਾ ਮਾਮਲਾ ਸੀ। ਇਸ ਬੇਹੱਦ ਖਤਰਨਾਕ ਸੱਚ ਦੇ ਸਾਹਮਣੇ ਆਉਂਦੇ ਹੀ ਕੋਮਲ ਤੇ ਬੇਹੋਸ਼ੀ ਦਾ ਦੌਰਾ ਪੈ ਗਿਆ। ਸੇਠ ਨੇ ਉਸਦੇ ਚਿਹਰੇ ਤੇ ਪਾਣੀ ਦੇ ਛਿੱਟੇ ਸੁੱਟਦੇ ਹੋਏ ਉਸਨੂੰ ਹੋਸ਼ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ। ਉਹ ਹੋਸ਼ ਵਿੱਚ ਤਾਂ ਆ ਗਈ, ਪਰ ਇਸ ਤਰ੍ਹਾਂ ਬੋਲਣ ਲੱਗੀ ਜਿਵੇਂ ਉਸਦੇ ਪਾਗਲਪਨ ਦਾ ਦੌਰਾ ਪਿਆ ਹੋਵੇ। ਸੇਠ ਦੇ ਪੈਰ ਫੜਦਿਆਂ ਉਹ ਲਗਾਤਾਰ ਅਰਜ਼ ਕਰੀ ਜਾ ਰਹੀ ਸੀ, ਮੈਨੂੰ ਵੀ ਹਸਪਤਾਲ ਲੈ ਚੱਲੋ। ਮੈਂ ਪਰਮਜੀਤ ਦੀ ਲਾਸ਼ ਨਾਲ ਮਿਲ ਕੇ ਇਸ ਕਦਰ ਰੋਵਾਂਗੀ ਕਿ ਡਾਕਟਰ ਵੀ ਉਸਦਾ ਫਿਰ ਤੋਂ ਇਲਾਜ ਕਰਨ ਲਈ ਮਜਬੂਰ ਹੋ ਜਾਣਗੇ। ਦੇਖ ਧੀਏ, ਮੇਰੀ ਗੱਲ ਧਿਆਨ ਨਾਲ ਸੁਣੀ। ਪਰਮਜੀਤ ਮਰ ਚੁੱਕਿਆ ਹੈ। ਕੋਈ ਕੁਝ ਵੀ ਕਰਦਾ ਰਹੇ, ਉਹ ਹੁਣ ਜਿੰਦਾ ਨਹੀਂ ਹੋ ਸਕਦਾ। ਕਿਉਂ ਨਹੀਂ ਹੋ ਸਕਦਾ? ਤੁਸੀਂ ਵੇਖਣਾ, ਰੱਬ ਹੁਰੀ ਵੀ ਮੇਰਾ ਚੀਕ ਚੰਗਿਆੜਾ ਸੁਣ ਕੇ ਮੇਰੇ ਪਰਮਜੀਤ ਨੂੰ ਜ਼ਿੰਦਾ ਕਰਨ ਲਈ ਹੇਠਾਂ ਉਤਰ ਆਉਣਗੇ ਇਸ ਧਰਤੀ ਤੇ। ਜੋ ਕੁਝ ਵੀ ਮੂੰਹ ਵਿੱਚ ਆਇਆ ਕੋਮਲ ਬੋਲੀ ਜਾ ਰਹੀ ਸੀ। ਹੁਣ ਸੇਠ ਨੇ ਵੀ ਉਸਦੀ ਹਾਲਤ ਵੇਖਦਿਆਂ ਹੋਇਆਂ ਉਸਨੂੰ ਕਹਿਣ ਤੋਂ ਨਾ ਰੋਕਿਆ। ਉਹ ਲਗਾਤਾਰ ਬੋਲਦੀ ਗਈ, ਬੋਲਦੀ ਹੀ ਗਈ। ਆਖਿਰਕਾਰ ਬੇਜਾਨ ਜਹੀ ਜ਼ਮੀਨ ਤੇ ਹੀ ਲੇਟ ਗਈ। ਕੁਝ ਦੇਰ ਇੰਜ ਹੀ ਗੁਜ਼ਰਨ ਤੋਂ ਬਾਅਦ ਸੇਠ ਵੀ ਉਸਦੇ ਕੋਲ ਬੈਠ ਉਸਦੇ ਸਿਰ ਤੇ ਹੱਥ ਫੇਰਨ ਲੱਗਾ। ਕੋਮਲ ਕੁਝ ਨਾ ਬੋਲੀ, ਚੁੱਪਚਾਪ ਲੇਟੀ ਰਹੀ। ਨਾ ਹੀ ਉਸਨੇ ਸੇਠ
ਦੇ ਉਹਦੇ ਸਿਰ ਤੇ ਇਸ ਤਰ੍ਹਾਂ ਹੱਥ ਫੇਰਨ ਦਾ ਕੋਈ ਇਤਰਾਜ਼ ਹੀ ਕੀਤਾ। ਚੁੱਪਚਾਪ ਲੇਟੀ ਪਸਰੀ ਡਬਡਬਾਈ ਅੱਖਾਂ ਨਾਲ ਜਿਵੇਂ ਸਿਫਰ ਵੱਲ ਤੱਕਦੀ ਰਹੀ। ਆਖਰ ਸੇਠ ਨੇ ਕਹਿਣਾ ਸ਼ੁਰੂ ਕੀਤਾ, ਦੇਖ ਮੇਰੀ ਬੱਚੀ, ਮੇਰੀਏ ਧੀਏ, ਮੇਰੀ ਗੱਲ ਧਿਆਨ ਨਾਲ ਸੁਣ। ਫਿਰ ਅਚਾਨਕ ਉਹਨਾਂ ਨੂੰ ਕੁਝ ਯਾਦ ਹੋ ਆਇਆ। ਜਿਵੇਂ ਆਪਣੀ ਹੀ ਗੱਲ ਕੱਟਦੇ ਹੋਏ ਉਹ ਕਹਿਣ ਲੱਗੇ, ਅੱਛਾ ਰੁਕ, ਮੈਂ ਤੇਰੇ ਲਈ ਪਾਣੀ ਲਿਆਂਦਾ ਹਾਂ। ਨਹੀਂ ਚਾਹੀਦਾ ਮੈਨੂੰ ਪਾਣੀ ਵਾਣੀ, ਕੁਝ ਨਹੀਂ ਚਾਹੀਦਾ ਮੈਨੂੰ। ਤੁਸੀਂ ਦੱਸੋ ਜੋ ਦੱਸਣਾ ਚਾਹੁੰਦੇ ਹੋ। ਮੈਂ ਤੁਹਾਡੀ ਹਰੇਕ ਗੱਲ ਬੜੇ ਧਿਆਨ ਨਾਲ ਸੁਣਾਂਗੀ। ਕੋਮਲ ਨੇ ਪਾਗਲਾਂ ਵਾਂਗੂ ਚੀਕਦਿਆਂ ਕਿਹਾ। ਸੇਠ ਨੇ ਆਪਣਾ ਸੁਰ ਇੱਕਦਮ ਧੀਮਾ ਕਰ ਲਿਆ। ਫਿਰ ਉਸਨੂੰ ਸਮਝਾਉਣ ਦਾ ਯਤਨ ਕੀਤਾ, ਆਪਣੇ ਆਪ ਨੂੰ ਸੰਭਾਲ ਕੋਮਲ, ਸੰਭਾਲ ਹੀ ਤਾਂ ਰਹੀ ਹਾਂ, ਤੁਸੀਂ ਕਹੋ ਤਾਂ ਸਹੀ। ਉਸਨੇ ਪਹਿਲਾਂ ਵਾਲੀ ਬੇਰੁਖੀ ਨਾਲ ਹੀ ਕਿਹਾ। ਹੁਣ ਸੇਠ ਨੇ ਵੀ ਦੋ ਟੂਕ ਸ਼ਬਦਾਂ 'ਚ ਸਿੱਧਿਆਂ ਸਿੱਧਿਆਂ ਕਹਿ ਦਿੱਤਾ, ਝੂਠ ਦਾ ਸਹਾਰਾ ਲੈਣ ਦੀ ਬਜਾਏ ਸੱਚਾਈ ਦਾ ਸਾਹਮਣਾ ਕਰਨ ਦੀ ਹਿੰਮਤ ਜੁਟਾ ਕੋਮਲ, ਇਸ ਵਿੱਚ ਹੀ ਤੇਰੀ ਭਲਾਈ ਹੈ। ਸੱਚਾਈ? ਕਿਹੜੀ ਸੱਚਾਈ? ਕਿਸ ਸੱਚਾਈ ਦੀ ਗੱਲ ਕਰ ਰਹੇ ਹੋ ਤੁਸੀਂ ਅੰਕਲ? ਕੋਮਲ ਨੇ ਆਪਣਾ ਚਿਹਰਾ ਉੱਪਰ ਚੁੱਕ ਕੇ ਸੇਠ ਦੀਆਂ ਅੱਖਾਂ ਵਿੱਚ ਝਾਕਦਿਆਂ ਪੁੱਛਿਆ। ਉਹ ਅਜਿਹਾ ਹੈ ਨਾ ਕੋਮਲ, ਜਦੋਂ ਤੁਸੀਂ ਲੋਕੀ ਇੱਥੇ ਸਾਡੇ ਕੋਲ ਕਿਰਾਏ ਤੇ ਆਏ ਸੀ, ਮੈਂ ਉਦੋਂ ਹੀ ਤੁਹਾਡੀ ਸਾਰੀ ਅਸਲੀਅਤ ਦਾ ਪਤਾ ਲਾ ਲਿਆ ਸੀ। ਤੁਹਾਡੀ ਜ਼ਿੰਦਗੀ ਦੀ ਇੱਕ ਇੱਕ ਗੱਲ ਦੀ ਜਾਣਕਾਰੀ ਹੈ ਮੈਨੂੰ, ਸੇਠ ਨੇ ਦੱਸਿਆ। ਇਸ ਦੇ ਨਾਲ ਹੀ ਉਹਨਾਂ ਦੇ ਚਿਹਰੇ ਤੇ ਜਿਵੇਂ ਇੱਕ ਭੇਦ ਭਰੀ ਮੁਸਕਾਨ ਤੈਰ ਆਈ ਸੀ। ਕੀ? ਕਹਿੰਦੇ ਹੋਏ ਕੋਮਲ ਜਿਵੇਂ ਬੇਸੁੱਧ ਜਿਹੀ ਹੋਣ ਲੱਗੀ। ਸੇਠ ਨੇ ਉਸਨੂੰ ਸਹਾਰਾ ਦੇ ਕੇ ਸੰਭਾਲਿਆ। ਫਿਰ ਕੁਝ ਦੇਰ ਖਾਮੋਸ਼ੀ ਇਖਤਿਆਰ ਕਰਕੇ ਉਸ ਵੱਲ ਤੱਕਣ ਲੱਗੇ। ਇਸ ਉਪਰੰਤ ਉਹਨਾਂ ਨੇ ਹੌਲੇ ਜਿਹੇ ਸ਼ਬਦਾਂ 'ਚ ਜਿਵੇਂ ਰਹੱਸ ਤੋਂ ਪਰਦਾ ਚੁੱਕਣਾ ਸ਼ੁਰੂ ਕੀਤਾ। ਹੁਣ ਦੇਖ, ਬੇਸ਼ੱਕ ਹੀ ਤੇਰੇ ਪੇਟ ਵਿੱਚ ਪਰਮਜੀਤ ਦਾ ਬੱਚਾ ਹੈ, ਪਰ ਤੂੰ ਉਸਦੀ ਵਿਆਹੁਤਾ ਤਾਂ ਨਹੀਂ ਹੈ ਨਾ। ਅਜਿਹੇ ਵਿੱਚ ਹਸਪਤਾਲ ਵਗੈਰਾ ਜਾਣ ਦੀ ਤਾਂ ਸੋਚਣਾ ਵੀ ਨਾ, ਬਲਕਿ ਜ਼ਿਆਦਾ ਰੋਣਾ ਧੋਣਾ ਵੀ ਨਾ ਕਰਦੇ ਹੋਏ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰ ਲੈ। ਇਸ ਤੇ ਕੋਮਲ ਜ਼ੋਰ-ਜ਼ੋਰ ਨਾਲ ਮੂੰਹ ਪਾੜ ਕੇ ਰੋਣ ਲੱਗੀ। ਸੇਠ ਉਸਦੇ ਮੂੰਹ ਤੇ ਹੱਥ ਰੱਖਦੇ ਹੋਏ ਉਸਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦਾ ਰਿਹਾ। ਆਖਰ ਉਸਦੀ ਰੁਲਾਈ ਬੰਦ ਹੋਈ ਅਤੇ ਉਸਨੇ ਹਕਲਾਉਂਦਿਆਂ ਪੁੱਛਿਆ, ਪਰਮਜੀਤ ਦੀ ਲਾਸ਼ ਦਾ ਕੀ ਹੋਵੇਗਾ ਫਿਰ? ਉਹ ਹਸਪਤਾਲ ਵਿੱਚ ਹੀ ਪਿਆ ਰਹੇਗਾ ਕਿ? ਉਹ ਸਭ ਕੁਝ ਤੂੰ ਮੇਰੇ ਤੇ ਛੱਡ ਦੇ, ਭਰੋਸਾ ਰੱਖ ਮੇਰੇ ਤੇ। ਮੈਂ ਸਭ ਸੰਭਾਲ ਲਵਾਂਗਾ, ਸਭ ਕੁਝ ਠੀਕ ਕਰ ਦੇਵਾਂਗਾ। ਬਸ ਜਲਦਬਾਜ਼ੀ ਵਿੱਚ ਕੋਈ ਗਲਤ ਕਦਮ ਚੁੱਕ ਕੇ ਤੂੰ ਆਪਣੇ ਲਈ ਕੋਈ ਬਖੇੜਾ ਨਾ ਖੜਾ ਕਰ ਲਈ। ਠੀਕ ਹੈ ਸੇਠ ਜੀ, ਜਿਵੇਂ ਤੁਸੀਂ ਆਖੋਗੇ ਮੈਂ ਉਂਝ ਹੀ ਕਰਾਂਗੀ ਹੁਣ। ਪਰ ਮੇਰਾ ਕੀ ਹੋਵੇਗਾ? ਮੈਂ ਤਾਂ ਬਰਬਾਦ ਹੋ ਗਈ, ਕਿਤੇ ਦੀ ਨਹੀਂ ਰਹੀ ਮੈਂ। ਹਜੇ ਤੂੰ ਆਪਣੇ ਆਪ ਨੂੰ ਸੰਭਾਲ, ਮੈਂ ਹਾਂ ਨਾ ਨਾਲ ਤੇਰੇ। ਚੁੱਪਚਾਪ ਘਰ ਵਿੱਚ ਬੈਠੀ ਰਹਿ, ਜਿਵੇਂ ਮੈਂ ਆਖਾਂਗਾ ਉਂਝ ਹੀ ਕਰਦੀ ਰਹਿ। ਠੀਕ ਹੈ ਅੰਕਲ, ਹੁਣ ਤਾਂ ਮੇਰਾ ਸਹਾਰਾ ਤੁਸੀਂ ਹੀ ਹੋ। ਉਹ ਤਾਂ ਹਾਂ ਹੀ। ਦੇਖ, ਮੇਰੇ ਨਾਲੋਂ ਵੱਡਾ ਹਮਦਰਦ ਤੈਨੂੰ ਇਸ ਦੁਨੀਆ ਵਿੱਚ ਕਿਤੇ ਨਹੀਂ ਮਿਲੇਗਾ। ਜੀ ਅੰਕਲ ਜੀ। ਮੈਂ ਤਾਂ ਕਹਾਂਗਾ ਕਿ ਇਸ ਘਰ ਨੂੰ ਆਪਣਾ ਸਮਝਦੇ ਹੋਏ ਆਰਾਮ ਨਾਲ ਰਹਿੰਦੀ ਰਹਿ, ਕਿਸੇ ਗੱਲ ਦੀ ਕੋਈ ਚਿੰਤਾ ਕਰਨ ਦੀ ਲੋੜ ਨਹੀਂ, ਸੇਠ ਰਾਮ ਦਿਆਲ ਨੇ ਕਿਹਾ ਅਤੇ ਉੱਠ ਕੇ ਤੇਜ਼ ਕਦਮਾਂ ਨਾਲ ਬਾਹਰ ਦੀ ਤਰਫ ਚੱਲ ਪਏ। ਉਹਨਾਂ ਦੇ ਜਾਣ ਬਾਅਦ ਵੀ ਕੋਮਲ ਲਗਾਤਾਰ ਰੋਂਦੀ ਕਰਲਾਉਂਦੀ ਰਹੀ। ਰੋਂਦਿਆਂ ਰੋਂਦਿਆਂ ਉਹ ਜ਼ਮੀਨ ਤੇ ਲੇਟੀ ਕੁਝ ਦੇਰ ਨੂੰ ਸੌਂ ਗਈ। ਉੱਠ ਕੇ ਫਿਰ ਰੋਣ ਲੱਗੀ। ਨਾ ਉਸਨੇ ਕੁਝ ਖਾਧਾ, ਨਾ ਪੀਤਾ, ਨਾ ਹੀ ਇਸ ਦੇ ਲਈ ਕੋਈ ਉਸਨੂੰ ਪੁੱਛਣ ਹੀ ਆਇਆ ਸੀ। ਇਸੇ ਤਰ੍ਹਾਂ ਪੂਰੀ ਰਾਤ ਨਿਕਲ ਗਈ ਸੀ। ਸਵੇਰੇ ਸੇਠ ਜੀ ਦਾ ਨੌਕਰ ਆ ਕੇ ਉਸਨੂੰ ਚਾਹ ਨਾਸ਼ਤਾ ਦੇ ਗਿਆ ਸੀ, ਜੋ ਨਾ ਚਾਹੁੰਦੇ ਹੋਏ ਵੀ ਉਸਨੇ ਅਣਮਨੇ ਭਾਵ ਨਾਲ ਥੋੜ੍ਹਾ ਬਹੁਤਾ ਖਾ ਲਿਆ। ਅਗਲਾ ਅੰਕ। ਪਰਮਜੀਤ ਦੇ ਇਸ ਵਿਛੋੜੇ ਨਾਲ ਕੋਮਲ ਬਹੁਤ ਜ਼ਿਆਦਾ ਡਰ ਗਈ ਸੀ, ਇੰਨਾ ਕਿ ਪਰਮਜੀਤ ਦੇ ਅੰਤਿਮ ਦਰਸ਼ਨਾਂ ਦੀ ਗੱਲ ਦੁਬਾਰਾ ਮੂੰਹ ਤੋਂ ਕੱਢਣ ਦਾ ਸਾਹਸ ਵੀ ਨਾ ਜੁਟਾ ਸਕੀ। ਆਪਣੇ ਨਵੇਂ ਘਰ ਦੀ ਬਾਬਤ ਪਰਮਜੀਤ ਨੇ ਕਿਸੇ ਨੂੰ ਕੁਝ ਨਹੀਂ ਦੱਸਿਆ ਸੀ, ਇੱਥੋਂ ਤੱਕ ਕਿ ਆਪਣੇ ਦਫ਼ਤਰ ਵਾਲਿਆਂ ਨੂੰ ਵੀ ਨਹੀਂ। ਜਿੱਥੇ ਇਹ ਲੋਕ ਪਹਿਲਾਂ ਰਹਿੰਦੇ ਸਨ, ਉੱਥੇ ਤਾਂ ਇਸ ਬਾਰੇ ਵਿੱਚ ਕੁਝ ਵੀ ਦੱਸਣਾ ਬਣਦਾ ਵੀ ਨਹੀਂ ਸੀ। ਉੱਥੋਂ ਉਹਨਾਂ ਨੇ ਸ਼ਿਫਟ ਵੀ ਅੱਧੀ ਰਾਤ ਨੂੰ ਹੀ ਕੀਤਾ ਸੀ, ਜਦੋਂ ਤਮਾਮ ਗੁਆਂਢੀ ਡੂੰਘੀ ਨੀਂਦ ਸੌਂ ਰਹੇ ਸਨ।
ਪਰਮਜੀਤ ਨੂੰ ਲੈ ਕੇ ਸੇਠ ਰਾਮ ਦਿਆਲ ਨੇ ਅੱਗੇ ਪੂਰੀ ਤਰ੍ਹਾਂ ਚੁੱਪ ਧਾਰ ਲਈ ਸੀ। ਕਈ ਮਰਤਬਾ ਪੁੱਛ ਲੈਣ ਤੇ ਵੀ ਉਹਨਾਂ ਨੇ ਇਸ ਸਭ ਬਾਬਤ ਕੋਮਲ ਨੂੰ ਕੁਝ ਨਹੀਂ ਦੱਸਿਆ ਸੀ ਕਿ ਪਰਮਜੀਤ ਦੇ ਅੰਤਮ ਸੰਸਕਾਰ ਕਿਸ ਨੇ ਅਤੇ ਕਿੱਥੇ ਕਰਵਾਏ ਸਨ। ਉਹ ਕੋਮਲ ਦੀ ਗੱਲ ਨੂੰ ਟਾਲਦੇ ਹੋਏ ਇਹੋ ਦੱਸਿਆ ਕਰਦੇ ਸਨ, ਦੇਖ ਮੇਰੀ ਬੱਚੀ, ਮੈਂ ਤੈਨੂੰ ਧੀ ਕਿਹਾ ਹੈ ਨਾ, ਤਾਂ ਮਰਦੇ ਵਕਤ ਤੱਕ ਇਹ ਰਿਸ਼ਤਾ ਨਿਭਾਵਾਂਗਾ। ਦੇਖ, ਜ਼ਖਮ ਨੂੰ ਕੁਰੇਦਦੇ ਹੋਇਆਂ ਤਕਲੀਫ ਸਹਿਣ ਦੀ ਥਾਂ ਉਸ ਦਾ ਇਲਾਜ ਕਰਵਾਉਣ ਦੀ ਸੋਚ। ਬਲਦੀ ਹੋਈਆਂ ਲੱਕੜੀਆਂ ਨੂੰ ਕੱਪੜੇ 'ਚ ਬੰਨ੍ਹ ਕੇ ਕਿੰਨੀ ਦੂਰ ਤੱਕ ਲਿਜਾ ਸਕੇਂਗੀ। ਜੋ ਹੋਣਾ ਸੀ ਸੋ ਹੋ ਗਿਆ। ਅੱਗੇ ਦੀ ਜ਼ਿੰਦਗੀ ਨੂੰ ਹੁਣ ਚੁਣੌਤੀ ਦੇ ਰੂਪ ਵਜੋਂ ਲੈ ਕੇ ਆਪਣਾ ਕੱਲ੍ਹ ਸਵਾਰਨ ਦੀ ਸੋਚ। ਬਹਿਰਾਲ ਅੱਗੇ ਕੋਮਲ ਤੱਕ ਕੋਈ ਪਹੁੰਚ ਵੀ ਨਹੀਂ ਸਕਿਆ ਸੀ, ਨਾ ਪਰਮਜੀਤ ਦਾ ਕੋਈ ਰਿਸ਼ਤੇਦਾਰ ਸਾਥੀ ਅਤੇ ਨਾ ਹੀ ਕੋਮਲ ਦੇ ਮਾਤਾ ਪਿਤਾ। ਖੁਦ ਕੋਮਲ ਬਸ ਖਾਮੋਸ਼ ਹੋ ਕੇ ਰਹਿ ਗਈ ਸੀ। ਉਹ ਫਿਰ ਕਿਸੇ ਨੂੰ ਮੂੰਹ ਦਿਖਾਉਣ ਦੇ ਕਾਬਲ ਵੀ ਉਹ ਕਿੱਥੇ ਰਹਿ ਗਈ ਸੀ। ਹੁਣ ਉਹ ਖੁਦ ਨੂੰ ਨਾ ਤਾਂ ਵਿਧਵਾ ਕਹਿ ਸਕਦੀ ਸੀ ਅਤੇ ਨਾ ਹੀ ਕੁਆਰੀ। ਓਨੀ ਦਿਨੀ ਉਸਦੀ ਸਥਿਤੀ ਇਹ ਸੀ ਕਿ ਉਸਨੂੰ 5 ਮਹੀਨਿਆਂ ਦਾ ਗਰਭ ਸੀ। ਪਰਮਜੀਤ ਦੇ ਵਿਧਵਾ ਹੋਣ ਦੀ ਗੱਲ ਕਿਸੇ ਨਾਲ ਕਹਿੰਦੀ ਵੀ ਤਾਂ ਉਹ ਉਸਨੂੰ ਇਹੋ ਸਲਾਹ ਦਿੰਦਾ ਕਿ ਪਤੀ ਦੇ ਦਫ਼ਤਰ ਵਿੱਚ ਜਾ ਕੇ ਹਰ ਤਰ੍ਹਾਂ ਦੀਆਂ ਸਹੂਲਤਾਂ ਸੁਵਿਧਾਵਾਂ ਹਾਸਲ ਕਰ। ਪਰ ਉੱਥੇ ਤਾਂ ਪਰਮਜੀਤ ਦੀ ਪਤਨੀ ਦੇ ਰੂਪ ਵਜੋਂ ਰਾਗਨੀ ਦਾ ਨਾਂ ਦਰਜ ਸੀ।